ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰ ਰਹੇ ਹਾਂ। ਅੱਜ ਦਾ ਜੋ ਸਾਹਿਬ ਦਾ ਫੁਰਮਾਨ ਹੈ ਵਾ ਬਚਨ ਹੈ, ਜਿਸ ਦੀ ਵਿਚਾਰ ਆਪਾਂ ਗੁਰ ਕਿਰਪਾ ਦੁਆਰਾ ਕਰਾਂਗੇ। ਪਾਤਸ਼ਾਹ ਕਹਿੰਦੇ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਮਤ ਕੀ ਹੈ? ਮਤ ਵਿੱਚ ਮਤ ਹੈ ਸਾਡੀ ਬੁੱਧੀ, ਰਸਨਾ, ਆਤਮਾ, ਸੁਰਤ, ਅਕਲ। ਉਹਦੇ ਵਿੱਚ ਕੀ ਹੈ? ਉਹ 'ਚ ਰਤਨ ਹੈ। ਰਤਨ ਹੈ ਸਾਡਾ ਮੂਲ। ਜਿਵੇਂ ਪਾਤਸ਼ਾਹ ਕਹਿੰਦੇ, ਮਨ ਮਹਿ ਆਪ, ਮਨ ਆਪਣੇ ਮਾਹੇ। ਪਾਰਵਤੀ ਇੱਕ ਵਚਨ ਆਇਆ ਸੀ ਪਾਤਸ਼ਾਹ ਦਾ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ। ਇਹ ਜਿਹੜੀ ਮਾਈ ਹੈ, ਇਹੀ ਮਤ ਹੈ। ਮਤ ਮਾਤਾ, ਸੰਤੋਖ ਪਿਤਾ। ਪਾਰਵਤੀ ਮਾਈ ਗੁਰਬਾਣੀ ਹੈ, ਕਿਉਂਕਿ ਗੁਰਬਾਣੀ ਦੇ ਅੰਦਰ ਹੀ ਜਿਹੜਾ ਗੁਰ ਹੈ ਉਹ ਸਮਾਇਆ ਹੋਇਆ, ਆਤਮਿਕ ਸੁਗਿਆਨ ਸਮਾਇਆ ਹੋਇਆ। ਇਹੀ ਗੁਰਬਾਣੀ ਭਵਸਾਗਰ ਤੋਂ ਪਾਰ ਲਾਉਣ ਵਾਲੀ ਮੱਤ ਹੈ। ਇਹੀ ਉਹ ਬਾਤਾਂ ਨੇ, ਇਹੀ ਉਹ ਸਾਖੀਆਂ ਨੇ ਜੋ ਸਾਨੂੰ ਭਵਸਾਗਰ ਦੇ ਵਿੱਚੋਂ ਪਾਰ ਲੈ ਕੇ ਜਾਂਦੀਆਂ ਨੇ। ਇੱਕ ਬਾਹਰਲੇ ਸਰੀਰ ਨਾਲ ਸੰਬੰਧਿਤ ਸਾਖੀਆਂ ਨੇ ਜੋ ਸਾਨੂੰ ਇਸੇ ਸੰਸਾਰ ਵਿੱਚ ਰੱਖਦੀਆਂ ਨੇ। ਇੱਕ ਆਤਮਿਕ ਤੌਰ ਤੇ ਸਾਖੀ ਹੈ ਜਿਹੜੀ ਸਾਨੂੰ ਭਵਸਾਗਰ ਚੋਂ ਪਾਰ ਲੈ ਕੇ ਜਾਂਦੀ ਹੈ ਨਿਰਾਕਾਰ ਦੇ ਦੇਸ਼ ਵਿੱਚ। ਸੁਣ ਸਾਖੀ ਮਨ ਜਪ ਪਿਆਰ। ਉਹ ਜਿਹੜੀ ਸਾਖੀ ਹੈ, ਉਹ ਗਵਾਹੀ ਹੈ, ਉਹ ਸੁਣਦੀ ਹੈ, ਉਹ ਹੈ ਬਾਣੀ। ਉਹਦੇ ਲਈ ਸਾਨੂੰ ਜਪ ਕਰਨਾ ਪੈਂਦਾ, ਗੁਰਬਾਣੀ ਸਮਝਣੀ ਪੈਂਦੀ ਹੈ। ਸੋ ਜਿਹੜੀ ਜੀਵ, ਜਿਹੜੀ ਆਤਮਾ, ਹੇ ਮੇਰੇ ਮਨਾ, ਇਸ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰੀ ਚੱਲੇਗਾ, ਇਹਨੂੰ ਆਪਣੇ ਹਿਰਦੇ 'ਚ ਧਾਰਦਾ ਚਲੇ ਚੱਲੇਗਾ ਮੱਤ ਵਿੱਚ, ਤਾਂ ਇਹ ਕਿੱਥੋਂ ਤੱਕ ਲੈ ਕੇ ਜਾਵੇਗੀ? ਰਤਨ ਤੱਕ ਲੈ ਜਾਵੇਗੀ, ਉਸ ਸ਼ੁੱਧ ਗਿਆਨ ਤੱਕ ਲੈ ਜਾਵੇਗੀ ਜਿਹੜਾ ਸ਼ੁੱਧ ਬਾਣੀ ਹੈ। ਜਵਾਹਰ ਮਾਣਕ, ਫਿਰ ਇਹਦੇ ਅੰਦਰ ਜਵਾਹਰ ਵੀ ਨੇ, ਮਾਣਕ ਵੀ ਨੇ, ਭਾਵ ਕਿ ਉਹ ਜਿਹੜੀ ਬਾਣੀ ਹੈ, ਉਸ ਬਾਣੀ ਦੇ ਅੰਦਰ ਐਸੀ ਸੁਗਿਆਨ ਹੈ, ਐਸੀ ਕਰਾਮਾਤ ਹੈ, ਐਸੀ ਸ਼ਕਤੀ ਹੈ ਜਿਹੜੀ ਕਿ ਤਿੰਨੇ ਲੋਕਾਂ ਦੀ ਸੋਝੀ ਕਰਵਾ ਦਿੰਦੀ ਹੈ। ਪੂਰੀ ਸੋਝੀ ਉਸ ਜੀਵ ਨੂੰ ਹੋ ਜਾਂਦੀ ਹੈ ਜਿਹਦੇ ਹਿਰਦੇ ਦੇ ਅੰਦਰ ਰਤਨ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ ਹੈ। ਸੋ ਗੁਰਬਾਣੀ ਦੇ ਅੰਦਰੋਂ ਸਾਨੂੰ ਖੋਜ ਕਰਨੀ ਪੈਂਦੀ ਹੈ ਤੇ ਫਿਰ ਗੁਰਬਾਣੀ ਨੂੰ ਆਪਣੇ ਤੇ ਲਾਗੂ ਕਰਨਾ ਪੈਂਦਾ। ਗੁਰਬਾਣੀ ਦੇ ਅੰਦਰ ਗੁਣ ਨੇ ਜਿਹੜੇ ਉਹ ਸਮਾਏ ਹੋਏ ਆ, ਪਰ ਜਦੋਂ ਗੁਰਬਾਣੀ ਦੇ ਅੰਦਰੋਂ ਇੱਕ ਗੁਣ ਸਾਡੇ ਹੱਥ ਲੱਗ ਜਾਵੇ, ਮਨ ਉਸ ਗੁਣ ਨੂੰ ਮੰਨ ਲਵੇ, ਤਾਂ ਫਿਰ ਸਾਰੇ ਗੁਣ ਹੀ ਮੰਨਣੇ ਪੈ ਜਾਂਦੇ ਹਨ ਤੇ ਸਾਰਾ ਗੁਣ ਹੀ ਹੱਥ ਲੱਗ ਜਾਂਦੇ। ਜਦੋਂ ਜੋਤ ਇੱਕ ਹੋ ਜਾਂਦੀ ਹੈ ਤਾਂ ਉਹਨੂੰ ਪੂਰੀ ਸੋਝੀ ਹੁੰਦੀ ਹੈ। ਇੱਕ ਹੋਣ ਦੇ ਲਈ ਇਹਨੂੰ ਸਤਿਨਾਮ ਬਣਨਾ ਪੈਂਦਾ ਹੈ, ਭਾਵ ਕਿ ਆਪਣਾ ਜਿਹੜਾ ਸਤ ਸਰੂਪ ਹੈ, ਉਹਦਾ ਜਿਹੜਾ ਹੁਕਮ ਹੈ, ਉਹਦੀ ਜਿਹੜੀ ਸਵੈ ਇੱਛਾ ਹੈ, ਉਹ ਇਹਨੂੰ ਜਾਣਨੀ ਪੈਂਦੀ ਹੈ। ਜਦੋਂ ਉਸ ਨੂੰ ਇਹ ਜਾਣ ਲੈਂਦੀ ਹੈ, ਸਵੈ ਆਪਣੀ ਇੱਛਾ ਨੂੰ,
ਆਪਣੇ ਹੁਕਮ ਨੂੰ ਤੇ ਉਹਦੇ ਅਨੁਸਾਰ ਹੀ ਇਹ ਫਿਰ ਚੱਲਦੀ ਹੈ ਨਿਰਭੈਤਾ ਦੇ ਨਾਲ। ਫਿਰ ਇਹਦੇ ਅੰਦਰ ਨਿਰਵੈਰਤਾ ਆ ਜਾਂਦੀ ਹੈ। ਫਿਰ ਇਹ ਅਕਾਲ ਮੂਰਤ ਬਣਦੀ ਹੈ, ਅਜੂਨੀ ਹੋ ਜਾਂਦੀ ਹੈ, ਜੂਨੀ ਤੋਂ ਰਹਿਤ ਹੋ ਜਾਂਦੀ ਹੈ, ਸਹਿ ਭੰਗ ਹੋ ਜਾਂਦੀ ਹੈ, ਸਵੈਮ ਆਪਣੇ ਆਪ 'ਚ ਹੁੰਦੀ ਹੈ, ਆਪਣੇ ਆਪ ਤੋਂ ਹੀ ਇਹ ਵੱਖ ਹੁੰਦੀ ਹੈ, ਆਪਣੇ ਆਪ ਹੀ ਇਹ ਇੱਕ ਹੋ ਜਾਂਦੀ ਹੈ। ਇਹ ਸਾਰੇ ਗੁਣ ਨੇ। ਜਿਵੇਂ ਅਸੀਂ ਬਾਹਰੀ ਤੌਰ ਤੇ ਵੀ ਕੋਈ ਸਾਡੇ ਅੱਗੇ ਵਿਅਕਤੀ ਆਉਂਦਾ, ਸੀ ਉਹਨੂੰ ਹੱਥ ਮਿਲਾਉਂਦੇ ਆ, ਤਾਂ ਉਹਨੂੰ ਹੱਥ ਮਿਲਾਉਣ ਦੇ ਨਾਲ ਹੀ ਉਹਦਾ ਸਾਰੇ ਸਰੀਰ ਨਾਲ ਹੀ ਸੰਪਰਕ ਹੋ ਜਾਂਦਾ ਹੈ। ਜਿਵੇਂ ਕੋਈ ਅਸੀਂ ਬਾਹਰੀ ਤੌਰ ਤੇ ਬਾਹਰਲੇ ਸਰੀਰ ਨਾਲ ਮਾਲਾ ਚੱਕਦੇ ਹਾਂ, ਇੱਕ ਮਣਕਾ ਫੜ ਲੈਂਦੇ ਹਾਂ ਤੇ 107 ਮਣਕੇ ਨਾਲ ਹੀ ਫੜੇ ਜਾਂਦੇ ਆ। ਇਸੇ ਤਰ੍ਹਾਂ ਗੁਰਬਾਣੀ ਦਾ ਇੱਕ ਵਚਨ ਜਦੋਂ ਜੋਤ ਮੰਨਣ ਲੱਗ ਜਾਂਦੀ ਹੈ, ਜੋਤ ਉਹਦੇ ਅਨੁਸਾਰ ਹੋ ਜਾਂਦੀ ਹੈ, ਤਾਂ ਗੁਰਬਾਣੀ ਦੇ ਸਾਰੇ ਗੁਣ ਹੀ ਉਹਦੇ ਕੋਲ ਆ ਜਾਂਦੇ। ਜਦੋਂ ਜੋਤ ਇੱਕ ਹੋ ਗਈ ਤਾਂ ਸਾਰੇ ਗੁਣ ਆਪ ਹੀ ਆ ਗਏ। ਜਿੰਨਾ ਚਿਰ ਇੱਕ ਨਹੀਂ, ਗੁਣ ਕੋਲ ਹੀ ਪਿਆ ਪਰ ਹੱਥ ਕੁਛ ਵੀ ਨਹੀਂ। ਜਦੋਂ ਇੱਕ ਹੈ ਫਿਰ ਸਾਰੇ ਗੁਣ ਨੇ। ਜਿਵੇਂ ਮਣਕੇ ਟੁੱਟੇ ਪਏ, ਖਿਲਰੇ ਪਏ 107, ਜਦੋਂ ਇੱਕ ਮਣਕਾ ਚੱਕੋਗੇ ਤਾਂ 107 ਤਾਂ ਪਰ ਹੀ ਪਿਆ ਫਿਰ। ਪਰ ਜੇ ਉਹੀ ਮਣਕਿਆਂ ਨੂੰ ਇਕੱਠੇ ਕਰਕੇ ਮਾਲਾ ਬਣਾ ਕੇ ਇੱਕ ਮਣਕਾ ਹੱਥ 'ਚ ਫੜਾਂਗੇ ਤਾਂ 107 ਆਪ ਹੀ ਯਾਦ ਜਾਣੇ ਆ। ਪਾਤਸ਼ਾਹ ਕਹਿੰਦੇ ਬਿਨ ਗੁਣ ਕੀਤੇ ਭਗਤੀ ਨਾ ਹੋਏ। ਪਹਿਲਾਂ ਗੁਣ ਧਾਰਨ ਕਰਨੇ ਪੈਂਦੇ ਆ, ਉਸ ਤੋਂ ਬਿਨਾਂ, ਉਸ ਤੋਂ ਬਾਅਦ ਚ ਭਗਤੀ ਸ਼ੁਰੂ ਹੁੰਦੀ ਹੈ। ਇੱਕ ਹੋਣ ਤੋਂ ਬਾਅਦ ਚ ਭਗਤੀ ਹੈ। ਪਰ ਹੇ ਮੇਰੇ ਮਨਾ, ਤੈਨੂੰ ਤਾਂ ਪਤਾ ਹੀ ਨਹੀਂ। ਪਰ ਜਿੰਨਾ ਚਿਰ ਤੂੰ ਆਪਣੇ ਆਪ ਦਾ ਸੁਗਿਆਨ ਨਹੀਂ ਲੈਂਦਾ, ਉਹਨਾਂ ਚਿਰ ਛੁਟਕਾਰਾ ਵੀ ਨਹੀਂ। ਸੋ ਗੁਰਬਾਣੀ ਦੀ ਹੇ ਮੇਰੇ ਮਨਾ, ਤੂੰ ਇੱਕ ਗੱਲ ਮੰਨ ਲੈ ਤਾਂ ਤੈਨੂੰ ਸਾਰੀਆਂ ਮੰਨਣੀਆਂ ਪੈਣਗੀਆਂ। ਸੋ ਜੇ ਨਿਰਭਉ ਹੋਏਗਾ ਤਾਂ ਨਿਰਵੈਰ ਵੀ ਹੋਣਾ ਹੀ ਪਵੇਗਾ। ਤੇ ਜਦੋਂ ਤੂੰ ਨਿਰਭਉ ਹੈ, ਨਿਰਵੈਰ ਹੈ, ਫਿਰ ਤੇਰੇ ਅੱਗੇ ਕਾਲ ਵੀ ਕੁਛ ਨਹੀਂ ਕਰ ਸਕਦਾ। ਜਿਵੇਂ ਪਾਤਸ਼ਾਹ ਕਬੀਰ ਸਾਹਿਬ ਵੀ ਕਹਿੰਦੇ ਆ, ਐਸ ਅਬ ਕੈਸੇ ਮਰੋ ਮਰਨ ਮਨ ਮਾਨਿਆ। ਕਹਿੰਦੇ ਹੁਣ ਕੈਸੇ ਮਰੋ, ਮਰਨ ਮਨ ਮਾਨਿਆ। ਉਹ ਕਹਿੰਦੇ ਮੈਂ ਤਾਂ ਮਰਨਾ ਹੀ ਮੰਨ ਲਿਆ, ਤੇ ਫਿਰ ਪਿੱਛੇ ਕੀ ਰਹਿ ਗਿਆ। ਪਹਿਲਾ ਮਰਨ ਕਬੂਲ, ਜਦੋਂ ਕਬੂਲ ਹੀ ਕਰ ਲਈ ਗੱਲ ਵੀ ਮੈਂ ਮਰਨਾ ਹੀ ਹੈ, ਬਸ ਮੇਰਾ ਤਾਂ ਜੀਵਨ ਦੀ ਕੋਈ ਆਸ ਹੀ ਨਹੀਂ। ਮਰਦਾ ਕੀ ਹੈ? ਮਾਇਆ ਦੀ ਇੱਛਾ। ਜਦੋਂ ਮਾਇਆ ਦੀ ਇੱਛਾ ਖਤਮ ਹੋ ਜਾਂਦੀ ਫਿਰ ਇਹ ਆਪ ਹੀ ਹੈ, ਫਿਰ ਦੂਜਾ ਤਾਂ ਕੋਈ ਹੈ ਨਹੀਂ, ਫਿਰ ਕੋਈ ਹੋਰ ਆਸ ਰਹਿ ਹੀ ਨਹੀਂ ਜਾਂਦੀ। ਪਰ ਜਿੰਨਾ ਚਿਰ ਇਹ ਆਪਣੀ ਹੋਂਦ ਨੂੰ ਰੱਖਦਾ, ਆਪਣੀ ਇੱਛਾ ਰੱਖਦਾ, ਉਹਨਾਂ ਚਿਰ ਫਿਰ ਜਿਹੜਾ ਮੱਤ ਵਿੱਚ ਰਤਨ ਹੈ ਉਹਦੀ ਸੋਝੀ ਨਹੀਂ ਆਉਂਦੀ। ਮੱਤ ਵਿੱਚ ਜਿਹੜਾ ਰਤਨ ਹੈ ਉਹਦੀ ਸੋਝੀ ਉਦੋਂ ਹੀ ਆਉਂਦਾ ਜਦੋਂ ਮੱਤ ਬਦਲਦੀ ਹੈ। ਬੁੱਧ ਬਦਲੀ ਸਿੱਧੀ ਪਾਈ, ਫਿਰ ਸੋਝੀ ਆਉਂਦੀ ਹੈ ਜਦੋਂ ਬੁੱਧ ਬਦਲਦੀ ਹੈ, ਉਹਨਾਂ ਚਿਰ ਨਹੀਂ ਆਉਂਦੀ। ਸੋ ਆਪਣੀ ਹੋਂਦ ਮਿਟ ਜਾਂਦੀ ਹੈ, ਹੁਕਮ ਵਿੱਚ ਰਹਿੰਦਾ ਤੇ ਹੁਕਮ ਵਿੱਚ ਹੀ ਚੱਲ ਕੇ ਫਿਰ ਆਪਣਾ ਜੀਵਨ ਬਤੀਤ ਕਰਦਾ। ਹੇ ਮੇਰੇ ਮਨਾ, ਜਿੰਨਾ ਕੁ ਸਮਾਂ ਤੈਨੂੰ ਮਨੁੱਖਾ ਤਨ ਦੇ ਅੰਦਰ ਮਿਲਿਆ, ਇਹ ਸਾਰੇ ਜਿਹੜੇ ਜਵਾਹਰ ਨੇ, ਮਾਣਕ ਨੇ, ਇਹ ਗੁਣ ਨੇ, ਇਹਨਾਂ ਨੂੰ ਧਾਰਨ ਕਰਨਾ ਪਵੇਗਾ। ਤੇ ਇਹਨਾਂ ਗੁਣਾਂ ਦੀ ਬਦੌਲਤ ਹੀ ਤੂੰ ਇਸ ਭਵ ਸਾਗਰ ਦੇ ਵਿੱਚੋਂ ਪਾਰ ਹੋ ਸਕਦਾ ਹੈ। ਮਤ ਵਿੱਚ ਰਤਨ ਜਵਾਹਰ ਮਾਣਕ ਪਰ ਪ੍ਰਾਪਤ ਕਿਵੇਂ ਹੁੰਦੇ? ਪਾਤਸ਼ਾਹ ਕਹਿੰਦੇ ਜੇ ਕੁਐਸਚਨ ਹੈ ਵੀ ਜੇ ਇੱਕ ਗੁਰ ਕੀ ਸਿੱਖ ਸੁਣੀ, ਆਹ ਸ਼ਰਤ ਰੱਖੀ ਹੈ ਨਾਲ ਪਾਤਸ਼ਾਹ ਨੇ ਕਿ ਜੇ ਤੂੰ ਗੁਰ ਕੀ ਜਿਹੜੀ ਸਿੱਖਿਆ ਉਹ ਸੁਣ ਲਵੇਂ, ਕਿਤੇ ਇੱਕ ਹੋਣ ਬਾਰੇ ਗਿਆਨ ਲੈਣ ਲੱਗ ਜਾਵੇ, ਫਿਰ ਤਾਂ ਤੈਨੂੰ ਪਤਾ ਲੱਗ ਸਕਦਾ ਹੈ। ਜੇ ਤੂੰ ਇੱਕ ਹੋਣ ਦੀ ਜਾਣਕਾਰੀ ਹੀ ਨਹੀਂ ਲੈ ਰਿਹਾ, ਫਿਰ ਨਹੀਂ ਕੁਛ ਪਤਾ ਲੱਗਣਾ ਹੈਗਾ। ਇੱਥੇ ਹੁਣ ਗੁਰ ਸ਼ਬਦ ਆਉਂਦਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਭਗਤ ਸਾਹਿਬਾਨ ਨੇ, ਉਹ ਸਾਰੇ ਗੁਰ ਨੇ। ਭਗਤ ਸਾਹਿਬਾਨਾਂ ਨੇ, ਕਬੀਰ ਸਾਹਿਬ ਜੀ ਨੇ ਜਿਹੜਾ ਗੁਰੂ ਸ਼ਬਦ ਸੀ, ਜੋ ਸੰਸਾਰ 'ਚ ਗੁਰੂ ਕਹਾਉਂਦੇ ਸੀ, ਉਹਨਾਂ ਨੂੰ ਕੰਡੈਮ ਕੀਤਾ ਵੀ ਸੰਸਾਰ 'ਚ ਗੁਰੂ ਨਹੀਂ ਹੁੰਦਾ, ਮਾਇਆ 'ਚ ਗੁਰੂ ਨਹੀਂ ਹੈ। ਮਾਇਆ ਗੁਰੂ
ਗੁਰੂ ਮਾਇਆ ਤੋਂ ਪਰੇ ਹੈ। ਸਾਰੀ ਮਾਇਆ ਤਾਂ ਗੁਰੂ ਦੇ ਅਧੀਨ ਹੈ। ਜੇ ਮਾਇਆ ਅਧੀਨ ਹੈ ਗੁਰੂ ਦੇ, ਤਾਂ ਫਿਰ ਗੁਰੂ ਵੱਡਾ ਹੈ। ਤੇ ਜੇ ਗੁਰੂ ਹੀ ਮਾਇਆ ਚ ਆ ਜਾਵੇ ਫਿਰ ਉਹ ਕਿਵੇਂ ਆਊਗਾ? ਮਾਇਆ ਦੇ ਵਿੱਚ ਗੁਰ ਆਉਂਦਾ ਹੈ, ਗੁਰੂ ਪਰੇ ਰਹਿੰਦਾ ਹੈ। ਗੁਰੂ ਹੀ ਗੁਰ ਦੁਆਰਾ ਜਾਣਕਾਰੀ ਦਿੰਦਾ ਹੈ। ਹਰ ਇੱਕ ਨੂੰ ਜਾਣਕਾਰੀ ਉਹਦੀ ਜੋਤ ਦੁਆਰਾ ਹੀ ਆਉਂਦੀ ਹੈ। ਜਿਵੇਂ ਸਾਨੂੰ ਗੁਰੂ ਨਾਨਕ ਸਾਹਿਬ ਨੇ ਜਾਣਕਾਰੀ ਦਿੱਤੀ, ਉਹ ਸਾਨੂੰ ਸਾਡੀ ਜੋਤ ਦੇ ਦੁਆਰਾ ਹੀ ਦਿੱਤੀ ਹੈ। ਸਾਨੂੰ ਸਾਡੇ ਬਾਰੇ ਪ੍ਰਮਾਣ ਦੇ ਦੇ ਕੇ ਸਮਝਾਇਆ ਕਿ ਮਨ ਇਸ ਤਰ੍ਹਾਂ ਦਾ ਹੁੰਦਾ, ਮਨ ਨੂੰ ਜੇ ਮੈਲਾ ਹੋਵੇ ਇਸ ਤਰ੍ਹਾਂ ਦਾ ਹੁੰਦਾ, ਸ਼ੁੱਧ ਮਨ ਇਸ ਤਰ੍ਹਾਂ ਦਾ ਹੁੰਦਾ। ਹੁਣ ਮਨ ਤਾਂ ਸਾਡੇ ਅੰਦਰ ਵੀ ਹੈ। ਗੁਰਬਾਣੀ 'ਚ ਸਾਨੂੰ ਸਾਡੀ ਹੋਈ ਸਿੱਖਿਆ ਦਿੱਤੀ ਹੈ। ਇਹ ਸਾਡਾ ਪ੍ਰੈਕਟੀਕਲੀ ਆਤਮਿਕ ਜੀਵਨ ਹੈ। ਜੇ ਕਹਿੰਦੇ ਜੇ ਤੂੰ ਇਹ ਕੰਮ ਕਰੇ, ਪਾਤਸ਼ਾਹ ਕਹਿੰਦੇ ਜੇ ਤੂੰ ਇਹ ਕਰਨਾ ਹੀ ਨਹੀਂ ਫੇਰ ਨਹੀਂ ਗੱਲ ਹੈ। ਜੇ ਤੂੰ ਆਪਣੀ ਮੱਤ ਦੇ ਅੰਦਰ ਚਾਹੁੰਦਾ ਵੀ ਮੈਨੂੰ ਰਤਨ ਸ਼ੁੱਧ ਸੁਗਿਆਨ ਪ੍ਰਾਪਤ ਹੋਵੇ, ਜਵਾਹਰ ਮਿਲਣ, ਮਾਨਕ ਮਿਲਣ, ਤਾਂ ਫਿਰ ਭਾਈ ਤੂੰ ਆਹ ਕੁਛ ਕਰ। ਜੇ ਇੱਕ ਗੁਰ ਕੀ ਸਿੱਖ ਸੁਣੀ, ਹੁਣ ਇਹਦਾ ਇਹ ਮਤਲਬ ਨਹੀਂ ਵੀ ਜੇ ਗੁਰ ਦੀ ਤੂੰ ਇੱਕੋ ਹੀ ਸਿੱਖਿਆ ਸੁਣ ਲਵੇਂ। ਇਹਦਾ ਭਾਵ ਹੈ ਕਿ ਜੇ ਇੱਕ ਹੋਣਾ ਹੈ ਤੂੰ, ਕਿਉਂਕਿ ਤੂੰ ਦੋ ਥਾਂ ਤੇ ਹੈ, ਸਵੈ ਭੰਗ ਹੈ ਤੂੰ, ਸਵੈਮ ਨੂੰ ਇੱਕ ਕਰਨਾ ਹੈ। ਇੱਕ ਕਰਨ ਵਾਸਤੇ ਕੋਈ ਸਿੱਖਿਆ ਸੁਣਨੀ ਪੈਣੀ। ਜਿਵੇਂ ਪਾਤਸ਼ਾਹ ਕਹਿੰਦੇ ਕਹੋ ਨਾਨਕ ਮਨ ਤਨ ਭੰਗ ਹੈ, ਕਿ ਮਨ ਤੇ ਤਨ ਭੰਗ ਨੇ। ਤਨ ਹੁੰਦਾ ਹਿਰਦਾ ਜੋਤੀ, ਮਨ ਹੈਗਾ ਜੋਤ, ਇਹ ਦੋਨੇ ਭੰਗ ਨੇ। ਇਹਨਾਂ ਨੂੰ ਇੱਕ ਕਰਨਾ ਪਊਗਾ। ਇਸੇ ਗੱਲ ਨੂੰ 10ਵੇਂ ਪਾਤਸ਼ਾਹ ਕਹਿੰਦੇ ਦਵੈ ਤੇ ਏਕ ਰੂਪ ਹੋਏ ਗਏ, ਵੀ ਦੋ ਤੋਂ ਇੱਕ ਰੂਪ ਹੋ ਗਿਆ। ਇਹ ਗੁਰ ਦੀ ਸਿੱਖਿਆ। ਦੇਣ ਵਾਲਾ ਵੀ ਗੁਰ ਹੈ, ਲੈਣ ਵਾਲਾ ਵੀ ਗੁਰ ਹੈ। ਜਿਹੜਾ ਲੈ ਰਿਹਾ ਗੁਰ ਉਹ ਗੱਗੇ ਨੂੰ ਔਂਕੜ ਰਾਰਾ ਹੈ, ਜਿਹੜਾ ਦੇ ਰਿਹਾ ਗੁਰ ਉਹ ਗੱਗੇ ਨੂੰ ਔਂਕੜ ਰਾਰੇ ਨੂੰ ਔਂਕੜ ਹੈ। ਇਹ ਗੁਰਬਾਣੀ ਦੇ ਅੰਦਰ ਇਹਦਾ ਫੈਸਲਾ ਪਿਆ ਹੈ। ਨਾਨਕ ਗੁਰ ਤੇ ਗੁਰ ਹੋਆ, ਵੇਖੋ ਤਿਸ ਕੀ ਰਜਾਏ। ਇਹ ਪੰਕਤੀ ਗੁਰਬਾਣੀ ਦੇ ਅੰਦਰ ਹੈ, ਮੈਨੂੰ ਅੰਗ ਭੁੱਲ ਗਿਆ। ਉੱਥੇ ਤੁਸੀਂ ਦੇਖ ਸਕਦੇ ਹੋ ਨਾਨਕ ਗੁਰ, ਜਦੋਂ ਨਾਨਕ ਜੀ ਦੇ ਨਾਲ ਗੁਰ ਸ਼ਬਦ ਲੱਗਦਾ ਉਹ ਗੱਗੇ ਨੂੰ ਔਂਕੜ ਰਾਰਾ ਲੱਗਦਾ ਹੈ। ਨਾਨਕ ਗੁਰ ਤੇ ਗੁਰ ਹੋਆ, ਜਿਹੜਾ ਗੱਗੇ ਨੂੰ ਔਂਕੜ ਰਾਰੇ ਨੂੰ ਔਂਕੜ ਹੋਆ ਸ਼ਬਦ ਉੱਥੇ ਲੱਗਦਾ ਵੀ ਨਾਨਕ ਜੀ ਪਹਿਲਾਂ ਗੁਰ ਸੀ। ਜਦੋਂ ਉਹਨਾਂ ਨੂੰ ਸਵੱਛ ਸਗਿਆਨ ਪ੍ਰਾਪਤ ਹੋ ਗਿਆ ਫਿਰ ਉਹ ਨਾਨਕ ਗੁਰ ਤੋਂ ਗੁਰ ਹੋਆ। ਵੇਖੋ ਤਿਸ ਕੀ ਰਜਾਏ, ਆਹ ਹੈ ਉਹਦੀ ਰਜਾ। ਇਹ ਰਜਾ ਕਿਹਦੀ ਹੈ? ਪਰਮੇਸ਼ਰ ਦੀ ਹੈ, ਅਕਾਲ ਪੁਰਖ ਦੀ ਹੈ, ਨਿਰਾਕਾਰ ਦੀ ਹੈ। ਇਹ ਹੁਕਮ ਦੀ ਕਰਾਮਾਤ ਹੈ, ਉਹ ਗੁਰੂ ਨਾਨਕ ਸਾਹਿਬ ਦੇ ਹਿਰਦੇ 'ਚ ਵਰਤੀ। ਔਰ ਹਰ ਇੱਕ ਦੇ ਉਹੀ ਵਰਤਦੀ ਹੈ ਜਿਹੜਾ ਕਿ ਗੁਰ ਤੋਂ ਗੁਰ ਹੋ ਜਾਂਦਾ ਹੈ। ਜਿਹੜਾ ਇੱਕ ਹੋ ਜਾਂਦਾ ਉਹਨੂੰ ਫਿਰ ਉਹ ਸਿੱਖਿਆ ਸੁਣਦੀ ਹੈ। ਗੁਰਬਾਣੀ ਇੱਕ ਹੋਣ ਦੀ ਸਿੱਖਿਆ, ਇੱਕ ਹੋਣ ਤੋਂ ਬਾਅਦ ਬਾਣੀ ਸੁਣਦੀ ਹੈ। ਉਹ ਗੁਰੂ ਦੀ ਸਿੱਖਿਆ, ਉਹ ਸ਼ਬਦਾਂ 'ਚ ਨਹੀਂ ਵਿਖਿਆਨ ਕੀਤੀ ਜਾ ਸਕਦੀ। ਗੁਰ ਦੀ ਸਿੱਖਿਆ ਸ਼ਬਦਾਂ ਦੇ ਵਿੱਚ ਵਿਖਿਆਨ ਕੀਤੀ ਜਾਂਦੀ ਹੈ। ਇਸੇ ਕਰਕੇ ਗੁਰ ਕੇ ਬਚਨ ਨੇ, ਗੁਰ ਕੇ ਚਰਨ ਹੈ, ਗੁਰ ਕੀ ਸੇਵ ਹੈ, ਗੁਰ ਕੀ ਮੱਤ ਹੈ। ਗੁਰਬਾਣੀ 'ਚ ਕਿਤੇ ਨਹੀਂ ਆਉਂਦਾ ਗੁਰੂ ਦੀ ਮੱਤ, ਗੁਰ ਕੀ ਮੱਤ ਆਉਂਦੀ। ਗੁਰ ਕੀ ਮੱਤ ਤੂੰ ਲੇਹੇ ਇਆਨੇ, ਭਗਤੀ ਬਿਨਾ ਬਹੁ ਡੂਬੇ ਸਿਆਣੇ। ਗੁਰ ਕਾ ਵਚਨ ਵਸੈ ਜੀ ਨਾਲੇ, ਗੁਰ ਕਾ ਵਚਨ, ਗੁਰ ਕੇ ਚਰਨ ਧੋਏ ਧੋਏ ਪੀਮ, ਗੁਰ ਕੇ ਚਰਨ। ਸਾਰਾ ਕੁਛ ਇਹ ਮੇਰੇ ਮਨਾ ਪਾਤਸ਼ਾਹ ਨੇ ਤੈਨੂੰ ਬੜੀ ਬਰੀਕੀ ਦੇ ਨਾਲ ਸਮਝਾਇਆ। ਹਾਂ ਇਹ ਗੱਲ ਠੀਕ ਹੈ ਕਿ ਇਹਨੂੰ ਸਮਝਣ ਦੇ ਲਈ ਵੀ ਆਪਣੀ ਬੁੱਧੀ ਨੂੰ, ਆਪਣੀ ਅਕਲ ਨੂੰ ਬਹੁਤ ਬਰੀਕ ਕਰਨਾ ਪੈਂਦਾ ਹੈ, ਬਹੁਤ ਜ਼ਿਆਦਾ ਸ਼ੁੱਧ ਕਰਨਾ ਪੈਂਦਾ ਹੈ,
ਫਿਰ ਕਿਤੇ ਜਾ ਕੇ ਗੁਰਬਾਣੀ ਚੋਂ ਉਹ ਬੁਝਾਰਤ ਬੁੱਝੀ ਜਾਂਦੀ ਹੈ। ਉਨਾ ਚਿਰ ਬੁਝਾਰਤ ਨਹੀਂ ਬੁੱਝੀ ਜਾਂਦੀ, ਸ਼ਬਦਾਂ ਦੇ ਅਰਥ, ਸ਼ਬਦਾਂ ਦੀ ਕਰਾਮਾਤ, ਸ਼ਬਦਾਂ ਦੇ ਜਾਲ ਬਣਾਉਣੇ, ਸ਼ਬਦਾਂ ਦੇ ਨਾਲ ਵਿਖਿਆਨ ਕਰਨਾ ਤਾਂ ਆ ਜਾਂਦਾ ਹੈ, ਪਰ ਬੁਝਾਰਤ ਨਹੀਂ ਬੁੱਝ ਹੁੰਦੀ। ਸੋ ਸਿੱਖ, ਸਿੱਖਿਆ, ਉਪਦੇਸ਼ ਇੱਕੋ ਹੀ ਗੱਲ ਹੈ। ਅੰਗ 200 ਅੰਗ 563 ਉੱਪਰ ਪਾਤਸ਼ਾਹ ਕਹਿੰਦੇ ਆ, ਰਤਨ ਜਵਾਹਰ ਹਰ ਮਾਣਕ ਲਾਲਾ। ਕਹਿੰਦੇ ਜਿੰਨੇ ਵੀ ਰਤਨ ਨੇ, ਜਵਾਹਰ ਨੇ, ਹਰ ਹੈ, ਮਾਣਕ ਲਾਲਾ। ਇਹ ਕੀ ਹਰ ਹੀ ਹੈ, ਕੋਈ ਉਸ ਤਰ੍ਹਾਂ ਦੇ ਰਤਨ ਜਵਾਹਰ ਮਾਣਕ ਨਹੀਂ ਜਿਵੇਂ ਬਾਹਰ ਮਾਇਆ ਚ ਨੇ। ਇਹ ਜਿਹੜਾ ਸਾਡਾ ਮੂਲ ਹੈ ਨਾ ਹਰ, ਉਹਨੂੰ ਹੀ ਸੰਗਿਆ ਦਿੱਤੀ ਗਈ ਹੈ ਕਿ ਸਾਰੀ ਕੁਆਲਿਟੀ ਉਹਦੇ ਅੰਦਰ ਹੀ ਹੈ। ਜਿਹੜਾ ਹਰ ਹੈ ਉਹੀ ਸਭ ਕੁਝ ਹੈ। ਅੰਗ 1328 ਉੱਪਰ ਵੀ ਪਾਤਸ਼ਾਹ ਕਹਿੰਦੇ, ਗੁਰ ਉਪਦੇਸ਼ ਜਵਾਹਰ ਮਾਣਕ ਸੇਵੈ ਸਿੱਖ ਸੋ ਖੋਜ ਲਹਿ। ਹੁਣ ਇੱਥੇ ਵੀ ਸਿੱਧੀ ਲਿਖਿਆ ਗੁਰ ਉਪਦੇਸ਼। ਹੁਣ ਜਿਹੜਾ ਉਪਦੇਸ਼ ਸ਼ਬਦ ਹੈ, ਇੱਥੇ ਸੱਸੇ ਨੂੰ ਸਿਹਾਰੀ ਪਾਈ ਹੈ। ਗੁਰ ਉਪਦੇਸ਼, ਕਿ ਜੇ ਤੂੰ ਗੁਰ ਦੀ ਸਿੱਖਿਆ ਨੂੰ ਧਾਰਨ ਕਰ ਲਵੇਂ, ਉਪਦੇਸ਼ ਨੂੰ ਮੰਨ ਲਵੇਂ, ਜਦੋਂ ਤੂੰ ਉਪਦੇਸ਼ ਨੂੰ ਮੰਨ ਲਵੇਂਗਾ, ਉਹ ਜਿਹੜਾ ਮੰਨਿਆ ਹੋਇਆ ਉਪਦੇਸ਼ ਹੈ ਉਹੀ ਜਵਾਹਰ ਹੈ, ਉਹੀ ਮਾਣਕ ਹੈ। ਉਹ ਸੇਵੇ, ਉਹਦੀ ਤਾਂ ਸੇਵਾ ਹੁੰਦੀ ਹੈ। ਹੁਣ ਜਿਹੜੇ ਬਾਹਰਲੇ ਮਾਣਕ ਜਵਾਹਰ ਨੇ, ਉਹਨਾਂ ਦੀ ਸੇਵਾ ਥੋੜ੍ਹਾ ਕੋਈ ਕਰ ਸਕਦਾ, ਉਹ ਤਾਂ ਸਾਂਭ ਕੇ ਰੱਖੇ ਜਾਂਦੇ। ਪਰ ਇੱਥੇ ਤਾਂ ਸੇਵਾ ਹੁੰਦੀ ਹੈ, ਇੱਥੇ ਚੇਤਨ ਦੀ ਗੱਲ ਆ, ਉਹ ਜੜ ਹੈ। ਜਦੋਂ ਆਪਣੇ ਹਿਰਦੇ ਦੇ ਅੰਦਰ ਉਹ ਗੁਣ ਧਾਰਨ ਕੀਤੇ ਜਾਂਦੇ ਆ, ਉਹ ਗੁਣਾਂ ਦੁਆਰਾ ਸੇਵਾ ਕੀਤੀ ਜਾਂਦੀ। ਸੇਵੇ ਸਿੱਖ ਸੋ ਖੋਜ ਲੈ। ਕਹਿੰਦੇ ਖੋਜਣੇ ਪੈਂਦੇ, ਇਹਦੀ ਖੋਜ ਕਰਨੀ ਪੈਂਦੀ। ਜਿਵੇਂ ਬਾਹਰੋਂ ਵੀ ਜਿਹੜੇ ਰਤਨ ਜਵਾਹਰ ਮਾਣਕ ਨੇ, ਉਹ ਵੀ ਖੋਜਣੇ ਪੈਂਦੇ ਆ ਖੋਜੀਆਂ ਨੂੰ, ਫਿਰ ਉਹ ਖੋਜ ਕੇ ਮਾਰਕੀਟ 'ਚ ਵੇਚਦੇ ਆ। ਇਸੇ ਤਰ੍ਹਾਂ ਗੁਰਬਾਣੀ ਦੇ ਅੰਦਰੋਂ ਵੀ ਬ੍ਰਹਮ ਦੀ ਸੋਝੀ ਖੋਜਣੀ ਪੈਂਦੀ ਹੈ। ਪਹਿਲਾਂ ਗੁਰਬਾਣੀ ਤੋਂ ਖੋਜਣੀ ਪੈਂਦੀ ਹੈ, ਫਿਰ ਗੁਰਬਾਣੀ ਤੋਂ ਸਮਝ ਕੇ, ਵਿਚਾਰ ਕੇ, ਫਿਰ ਸਵੈਮ ਆਪਣੇ ਉੱਪਰ ਲਾਗੂ ਕਰਨਾ, ਉਹਦੀ ਖੋਜ ਹੈ। ਬੰਦੇ ਖੋਜ ਦਿਲ ਹਰ ਰੋਜ਼। ਮਤ ਹੁੰਦੀ ਹੈ ਬੁੱਧੀ, ਜਿਹੜੀ ਚੇਤਨ ਸ਼ਕਤੀ ਹੈ, ਰਤਨ ਹੈ ਸਾਡਾ ਮੂਲ। ਉਹਦੇ ਵਿੱਚੋਂ ਜਿਹੜੀ ਰੌਸ਼ਨੀ ਨਿਕਲਦੀ ਹੈ, ਜਿਹੜੀ ਲਾਈਟ ਨਿਕਲਦੀ ਹੈ, ਜਿਹੜੀ ਸੋਝੀ ਆਉਂਦੀ ਹੈ, ਜਿਹੜਾ ਸੁਗਿਆਨ ਆਉਂਦਾ, ਅਕਲ ਵੱਧਦੀ ਹੈ, ਉਹ ਹੈ ਜਵਾਹਰ ਮਾਣਕ ਲਾਲ। ਇਹ ਸਾਰੇ। ਉਸ ਤੋਂ ਅੱਗੇ ਆਪਾਂ ਥੋੜ੍ਹੇ ਜਿਹੇ ਵਿਚਾਰ ਕਰਦੇ ਹਾਂ। ਸਿੱਖ, ਸਿੱਖਿਆ, ਉਪਦੇਸ਼ ਇਤਿਆਦਿ ਸ਼ਬਦ ਗੁਰਬਾਣੀ 'ਚ ਆਉਂਦੇ ਆ। ਜਿਵੇਂ ਪਾਤਸ਼ਾਹ ਕਹਿੰਦੇ ਅੰਗ 234 ਉੱਪਰ, ਮਨ ਕਰ ਹਲਾ ਮੇਰੇ ਪਿਆਰਿਆ, ਇੱਕ ਗੁਰ ਕੀ ਸਿੱਖ ਸੁਣੀ। ਜਿਵੇਂ ਪਹਿਲਾਂ ਆਇਆ ਗੁਰਾਂ, ਜੇ ਗੁਰ ਕੀ ਸਿੱਖ ਸੁਣੀ, ਇੱਥੇ ਵੀ ਉਹੀ ਬਚਨ ਪਾਤਸ਼ਾਹ ਨੇ ਲਿਖਿਆ। ਮਨ ਕਰ ਹਲਾ, ਮਨ ਨੂੰ ਕਿਹਾ ਵੀ ਤੂੰ ਆਪਣੇ ਅੰਦਰ ਇਹ ਗੱਲ ਦੀ ਭੁੱਖ ਪੈਦਾ ਕਰ, ਕਰ ਹਲਾ, ਹੱਲਾ ਕਰ, ਭੁੱਖ ਕਰ, ਕਿ ਮੇਰੇ ਪਿਆਰਿਆ, ਕਿ ਹੇ ਮੇਰੇ ਪਿਆਰਿਆ, ਤੂੰ ਇੱਕ ਹੈ ਨਾ ਜਿਹੜਾ, ਉਹਦੀ ਕੋਈ ਸੋਝੀ ਕਰਾ, ਉਹਦੀ ਕੋਈ ਸਿੱਖਿਆ ਦੇ। ਜਦੋਂ ਮਨ ਨੇ ਇਹ ਗੱਲ ਮੰਨ ਲਈ ਵੀ ਮੈਂ ਇੱਕ ਹੋਣਾ, ਆਪਣੇ ਮੂਲ ਨਾਲ ਜੁੜਨਾ, ਵੀ ਮੈਨੂੰ ਕੋਈ ਉਹਦੀ ਸਿੱਖਿਆ ਦੇਵੇ ਵੀ ਮੈਂ ਇੱਕ ਕਿਵੇਂ ਹੋਵਾਂ। ਇੱਕ ਗੁਰ ਕੀ ਸਿੱਖ ਸੁਣਾਏ, ਵੀ ਮੈਨੂੰ ਕੋਈ ਉਹਦੀ ਗੱਲ ਸੁਣਾਵੇ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ। ਉਹਦੀ ਗੱਲ ਤਾਂ ਕੋਈ ਵੀ ਨਹੀਂ ਸੁਣਾਉਂਦਾ, ਔਰ ਉਹਦੀ ਗੱਲ ਸੁਣੇ ਤੋਂ ਬਿਨਾਂ ਮਨ ਮੰਨਦਾ ਵੀ ਨਹੀਂ। ਹੁਣ ਮਨ ਨੂੰ ਉਹਦੇ ਮੂਲ ਦੀ ਗੱਲ ਨਹੀਂ ਸੁਣਾਈ ਜਾਂਦੀ, ਮਨ ਨੂੰ ਕਿਸੇ ਹੋਰ ਨਾਲ ਜੋੜਨ ਬਾਰੇ ਸੁਣਾਈ ਜਾਂਦੀ ਹੈ ਗੱਲ, ਇਸੇ ਕਰਕੇ ਮਨ ਮੰਨਦਾ ਨਹੀਂ। ਜਦੋਂ ਮਨ ਨੂੰ ਮਨ ਦੀ ਸੋਝੀ ਕਰਾਈ ਜਾਂਦੀ ਹੈ, ਫਿਰ ਮਨ ਮੰਨਦਾ। ਅਸੀਂ ਕਿਸੇ ਬੱਚੇ ਨੂੰ ਸ਼ਾਬਾਸ਼ ਦੇਈ ਚੱਲੀਏ ਤਾਂ ਬੱਚਾ ਖੁਸ਼ ਹੁੰਦਾ ਹੈ, ਤੇ ਜੇ ਬੱਚੇ ਦੇ ਸਾਹਮਣੇ ਅਸੀਂ ਕਿਸੇ ਦੀ ਵਡਿਆਈ ਕਰੀਏ ਤਾਂ ਬੱਚਾ ਦੁਖੀ ਹੁੰਦਾ ਹੈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਮਨ ਦੇ ਅੱਗੇ ਕਿਸੇ ਦੀ ਵਡਿਆਈ ਕਰਦੇ ਹਾਂ ਤਾਂ ਮਨ ਪੀੜਤ ਹੁੰਦਾ ਹੈ। ਪਰ ਜਦੋਂ ਮਨ ਦੇ ਅੱਗੇ ਮਨ ਦੀ ਹੋਈ ਵਡਿਆਈ ਕੀਤੀ ਜਾਵੇ
ਮਨ ਨੂੰ ਹੀ ਉਹਦੇ ਔਗਣਾਂ ਬਾਰੇ ਚੇਤਾ ਕਰਾਇਆ ਜਾਵੇ, ਨਾਲ ਉਹਨੂੰ ਉਹਦੇ ਗੁਣਾਂ ਬਾਰੇ ਵਿਖਿਆਨ ਕੀਤਾ ਜਾਵੇ ਤਾਂ ਮਨ ਮੰਨ ਜਾਂਦਾ ਹੈ ਕਿ ਤਾਂ ਵਾਕਈ ਮੇਰੇ ਭਲੇ ਦੀ ਗੱਲ ਹੈ, ਵਾਕਈ ਮੇਰੇ ਅੰਦਰ ਇਹ ਔਗਣਾ, ਮੈਨੂੰ ਛੱਡ ਦੇਣਾ ਚਾਹੀਦਾ। ਤੇ ਆ ਮੇਰੇ ਅੰਦਰ ਗੁਣ ਵੀ ਬਹੁਤ ਵੱਡਾ ਹੈ, ਮੈਂ ਦੇਖਾਂ ਤਾਂ ਸਹੀ ਇਹ ਗੁਣ ਨੂੰ ਧਾਰਨ ਕਰਕੇ। ਫਿਰ ਮਨ ਉਧਰ ਨੂੰ ਯਾਤਰਾ ਕਰਦਾ ਤੇ ਗੁਣ ਮਿਲ ਜਾਂਦਾ ਤੇ ਮਨ ਸੁਖੀ ਹੁੰਦਾ। ਅੰਗ 755 ਉੱਪਰ ਵੀ ਗੁਰਬਾਣੀ ਆਖ ਰਹੀ ਹੈ, ਪਿਰ ਸਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ। ਕਹਿੰਦੇ ਪਿਰ ਸਲਾਹੀ ਆਪਣਾ, ਜਿਹੜਾ ਤੇਰਾ ਆਪਣਾ ਪਿਰ ਹੈ, ਤੇਰਾ ਆਪਣਾ ਮੂਲ ਹੈ, ਉਹਦੀ ਸਲਾਹ ਕਰ, ਉਹਦੀ ਗੱਲ ਮੰਨ। ਅੱਜ ਸਾਡੇ ਕੋਲ ਪਿਰ ਗੁਰਬਾਣੀ ਹੈ। ਗੁਰ ਕੈ ਸ਼ਬਦੀ ਵਿਚਾਰਾ। ਦੇਖ, ਗੁਰ ਕੈ ਸ਼ਬਦੀ, ਆ ਗੁਰ ਕੈ ਸ਼ਬਦ ਹੈ, ਗੁਰਬਾਣੀ ਦਾ ਉਪਦੇਸ਼ ਹੈ। ਗੁਰਬਾਣੀ ਦੇ ਜਿਹੜੇ ਸ਼ਬਦ ਨੇ ਇਹਨਾਂ ਦੀ ਹਮੇਸ਼ਾ ਹੀ ਵਿਚਾਰ ਹੋ ਸਕਦੀ ਹੈ। ਇਹ ਵਿਚਾਰ ਦੇ ਵਿੱਚੋਂ ਹੀ ਪ੍ਰਾਪਤੀ ਹੋਣੀ ਹੈ। ਅੰਗ 1093 ਦੇ ਉੱਪਰ ਪਾਤਸ਼ਾਹ ਕਹਿੰਦੇ ਹਰ ਸਲਾਹੇ ਹਰ ਪੜ੍ਹੈ ਗੁਰ ਕੈ ਸ਼ਬਦ ਵਿਚਾਰ। ਕਹਿੰਦੇ ਹਰ ਸਲਾਹੇ, ਜਿਹੜਾ ਤੇਰਾ ਹਰ ਹੈ, ਅੰਤਰ ਆਤਮਾ ਹੈ, ਉਹਦੀ ਸਲਾਹ ਨਾਲ ਚੱਲ। ਹਰ ਪੜ੍ਹੈ, ਉਹਦੇ ਬਾਰੇ ਹੀ ਕੁਛ ਪੜ੍ਹ। ਜੇ ਬਾਹਰੋਂ ਪੜ੍ਹਨਾ ਵੀ ਹੈ ਤਾਂ ਹਰ ਬਾਰੇ ਹੀ ਪੜ੍ਹ, ਕਿਉਂਕਿ ਗੁਰਬਾਣੀ 'ਚ ਹਰ ਦਾ ਹੀ ਗਿਆਨ ਹੈ। ਤੂੰ ਹਰ ਬਾਰੇ ਨਹੀਂ ਗੁਰਬਾਣੀ ਤੋਂ ਪੜ੍ਹਦਾ। ਜੇ ਤੂੰ ਗੁਰਬਾਣੀ ਨੂੰ ਵੀ ਪੜ੍ਹਦਾ, ਤੂੰ ਤਾਂ ਮਾਇਆ ਲਈ ਉਹ ਪੜ੍ਹਨ ਲੱਗ ਗਿਆ। ਤੂੰ ਤਾਂ ਗੁਰਬਾਣੀ ਨੂੰ ਵੀ ਮਾਇਆ ਲਈ ਪੜ੍ਹਦਾ, ਪਰ ਜਦ ਕਿ ਗੁਰਬਾਣੀ ਮਾਇਆ ਛੱਡਣ ਦੀ ਗੱਲ ਕਰਦੀ ਹੈ, ਮਾਇਆ ਵਿਕਾਰਾਂ ਤੋਂ ਦੂਰ ਜਾਣ ਦੀ ਗੱਲ ਕਰਦੀ ਹੈ। ਜਦ ਤੂੰ ਮਾਇਆ ਲਈ ਜੁੜੇਗਾ ਤਾਂ ਮਾਇਆ 'ਚੋਂ ਤਾਂ ਵਿਕਾਰ ਪੈਦਾ ਹੋਣੇ, ਮਾਇਆ 'ਚੋਂ ਵਿਕਾਸ ਨਹੀਂ ਮਿਲਦਾ। ਮਾਇਆ ਛੱਡ ਕੇ ਵਿਕਾਸ ਹੁੰਦਾ, ਮਾਇਆ ਦੀ ਪਕੜ ਵਿੱਚ ਜਾ ਕੇ ਵਿਨਾਸ਼ ਹੁੰਦਾ। ਹੇ ਮੇਰੇ ਮਨਾ, ਇਹ ਗੱਲ ਨੂੰ ਪੱਲੇ ਬੰਨ੍ਹ ਕੇ ਚੱਲ। ਅੰਗ 511 ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਏ ਮਨ ਗੁਰ ਕੀ ਸਿੱਖ ਸੁਣੀ, ਹਰ ਪਾਵ ਹੈ ਗੁਣੀ ਨਿਧਾਨ। ਏ ਮਨ, ਹੇ ਮੇਰੇ ਮਨਾ, ਗੁਰ ਕੀ ਸਿੱਖ ਸੁਣੀ। ਜਿਹੜਾ ਗੁਰ ਹੈ, ਤੇਰੀ ਅੰਤਰਾਤਮਾ ਹੈ, ਉਹਦੇ ਬਾਰੇ ਸੁਗਿਆਨ ਪ੍ਰਾਪਤ ਕਰ, ਉਹਦੀ ਸਿੱਖਿਆ ਸੁਣ, ਉਹਦੇ ਬਾਰੇ ਜਾਣਕਾਰੀ ਲੈ। ਹਰ ਪਵ ਹੈ ਗੁਣੀ ਨਿਧਾਨ। ਫਿਰ ਜਿਹੜਾ ਹਰ ਹੈ, ਤੇਰਾ ਮੂਲ ਹੈ, ਉਹ ਤੈਨੂੰ ਮਿਲ ਜਾਣਾ ਹੈ। ਉਹ ਜਿਹੜਾ ਤੇਰਾ ਮੂਲ ਆ, ਉਹ ਗੁਣੀ ਨਿਧਾਨ ਹੈ, ਉਹਦੇ ਕੋਲ ਤਾਂ ਖਜ਼ਾਨਾ ਹੈ ਗੁਣਾਂ ਦਾ। ਤੈਨੂੰ ਸਿਰਫ 8 ਗੁਣ ਚਾਹੀਦੇ। ਜਦ ਤੇਰੇ ਕੋਲ 8 ਗੁਣ ਪੂਰੇ ਆ ਗਏ ਤੇ ਤੂੰ ਵੀ ਖਜ਼ਾਨੇ ਵਿੱਚ ਹੀ ਚਲੇ ਜਾਣਾ। ਜੇ ਸਾਡੇ ਕੋਲ 1 ਰੁਪਈਆ, ਅਸੀਂ ਖਜ਼ਾਨੇ 'ਚ ਲਿਜਾ ਕੇ ਰੁਪਈਆ ਸਿੱਟਤਾ ਤੇ ਉਹ ਵੀ ਤਾਂ ਖਜ਼ਾਨਾ ਹੀ ਬਣ ਜਾਂਦਾ ਰੁਪਈਆ। ਫਿਰ ਉਹ ਰੁਪਈਆ ਨਹੀਂ ਰਹਿ ਜਾਂਦਾ, ਫਿਰ ਉਹਨੂੰ ਖਜ਼ਾਨਾ ਹੀ ਕਹਾਂਗੇ। ਇਸੇ ਤਰ੍ਹਾਂ ਹੀ ਹੇ ਮੇਰੇ ਮਨਾ, ਜਦ ਤੂੰ ਆਪਣੇ ਮੂਲ ਨਾਲ ਜੁੜ ਗਿਆ, ਤੇਰਾ ਮੂਲ ਸੱਚਖੰਡ ਨਾਲ ਜੁੜਿਆ, ਫਿਰ ਤੂੰ ਵੀ ਸੱਚਖੰਡ ਵਿੱਚ ਹੀ ਹੈ। ਖਰੇ ਖਜ਼ਾਨੇ ਪਾਈ ਹੈ, ਉਹ ਤਾਂ ਫਿਰ ਖਜ਼ਾਨਾ ਹੀ ਬਣ ਜਾਂਦਾ, ਉਹ ਫਿਰ ਉਹ ਇੱਕ ਨਹੀਂ ਰਹਿ ਜਾਂਦਾ। ਇਸੇ ਕਰਕੇ ਗੁਰਬਾਣੀ ਨੇ ਕਿਹਾ ਸੀ ਵੀ ਸੱਚਖੰਡ ਵਿੱਚ ਜਿੰਨੀਆਂ ਜੋਤਾਂ ਨੇ, ਉਹ ਸਾਰੀਆਂ ਜੋਤਾਂ ਦਾ ਜਿਹੜਾ ਸੰਗ੍ਰਹਿ ਆ, ਉਹ ਸਾਰੀਆਂ ਹੀ ਜੋਤਾਂ ਦਾ ਸੰਗ੍ਰਹਿ ਹੈ। ਅਸੀਂ ਤੁਹਾਨੂੰ ਮਾਇਆ 'ਚ ਦੱਸਣ ਵਾਸਤੇ ਇਹ ਗੱਲ ਵਰਤੀ ਕਿ ਉਹ ਇੱਕ ਹੈ। ਉਸ ਤਰ੍ਹਾਂ ਕੋਈ ਇੱਕ ਨਹੀਂ ਹੈ। ਜਿਵੇਂ ਸਾਡੀ ਮਾਇਆ 'ਚ ਗਿਣਤੀ ਹੁੰਦੀ ਹੈ 1 2 3, ਉਹ ਇਸ ਤਰ੍ਹਾਂ ਨਹੀਂ ਹੈ। ਉਹ ਸਾਰਿਆਂ ਦੀ ਜਿਹੜੀ ਸਵੈ ਇੱਛਾ ਹੈ, ਜਿੱਥੇ ਉਹ ਜੋਤਾਂ ਸੱਚਖੰਡ ਵਿੱਚ ਰਹਿੰਦੀਆਂ ਨੇ, ਉਹਨਾਂ ਦਾ ਹੁਕਮ ਹੈ ਜਿਹੜਾ, ਉਹ ਅਸੀਂ ਤੁਹਾਨੂੰ ਦੱਸਦਾ ਵੀ ਤੁਹਾਡੀ ਭਾਸ਼ਾ ਮੁਤਾਬਕ ਵੀ ਉਹ ਇੱਕ ਹੈ। ਉਹ ਸਾਰੀਆਂ ਓਅੰਕਾਰ ਜੋਤਾਂ ਹੀ ਨੇ, ਉਹ ਸਾਰੀਆਂ ਹੀ ਸਤ ਸਰੂਪ ਨੇ। ਉਹਨਾਂ ਦੇ ਵਿੱਚ ਸਾਡਾ ਵੀ ਮੂਲ ਹੈ, ਸਾਡੀ ਵੀ ਜੋਤ ਹੈ। ਬਸ ਇੰਨਾ ਹੀ ਫਰਕ ਹੈ ਵੀ ਸਾਡੀ ਜੋਤ ਦੇ ਅੰਦਰ ਭਰਮ ਹੈ, ਉਹਨਾਂ ਦੇ ਅੰਦਰ ਭਰਮ ਨਹੀਂ ਹੈ। ਫਰਕ ਇੰਨਾ ਹੀ ਹੈ। ਪਰ ਜਦੋਂ ਅਸੀਂ ਆਪਣਾ ਭਰਮ ਗਵਾ ਦਈਏ, ਫਿਰ ਅਸੀਂ ਵੀ ਉਹਨਾਂ ਵਰਗੇ ਹੀ ਹਾਂ। ਜਿੰਨਾ ਚਿਰ ਸਾਡੇ ਅੰਦਰ ਭਰਮ ਰਹੂਗਾ, ਫਿਰ ਅਸੀਂ ਉਹਨਾਂ ਤੋਂ ਵੱਖਰੇ ਰਹਾਂਗੇ। ਹਰ ਪਾਵੈ ਗੁਣੀ ਨਿਧਾਨ, ਉਹ ਗੁਣੀ ਨਿਧਾਨ ਹੈ। ਸੋ ਬੁੱਧੀ ਹੁੰਦੀ ਹੈ, ਆਪਣਾ ਬੁੱਧੀ ਹੈ ਜਿਹੜੀ, ਬੁੱਧ ਅਕਲ, ਉਹ ਆਪਣੇ ਮਨ ਨੂੰ ਇਹ ਗੱਲ ਕਹਿ ਰਹੀ ਹੈ ਕਿ ਜੇ ਤੂੰ ਰਤਨ ਜਵਾਹਰ ਲੈਣੇ ਹਨ ਤਾਂ ਉਸ ਸਿੱਖਿਆ ਨੂੰ ਸੁਣ ਜਿਸ ਨਾਲ ਇਹ ਮਿਲਦੇ ਹਨ। ਉਹੋ ਹੀ ਗੁਰਬਾਣੀ ਹੈ, ਗੁਰ ਕਾ ਸ਼ਬਦ ਹੈ। ਇਸ ਦੀ ਵਿਚਾਰ ਕਰਨੀ ਪੈਂਦੀ ਹੈ ਤੇ ਵਿਚਾਰਾਂ ਦੇ ਨਾਲ ਇਹਦੀ ਪ੍ਰਾਪਤੀ ਹੈ। ਹੇ ਮੇਰੇ ਮਨਾ, ਜਿਹੜੀ ਤੇਰੇ ਕੋਲ ਗੁਰਬਾਣੀ ਹੈ, ਇਹ ਵਿਚਾਰਨ ਦਾ ਵਿਸ਼ਾ ਹੈ। ਸ਼ਬਦ ਗੁਰੂ ਨੂੰ ਕਦੇ ਵਿਚਾਰਿਆ ਨਹੀਂ ਜਾਂਦਾ, ਬਾਣੀ ਕਦੇ ਵਿਚਾਰੀ ਨਹੀਂ ਜਾਂਦੀ। ਵਿਚਾਰਨ ਦਾ ਵਿਸ਼ਾ ਤਾਂ ਸਿਰਫ ਗੁਰਬਾਣੀ ਹੋਈ ਹੈ।
ਗੁਰਬਾਣੀ ਨੂੰ ਜਦੋਂ ਵਿਚਾਰੀ ਚੱਲੇਗਾ, ਫਿਰ ਜਿਹੜੀ ਬਾਣੀ ਗੁਰੂ ਹੈ, ਸ਼ਬਦ ਗੁਰੂ ਹੈ, ਉਹਦੇ ਵਿੱਚ ਸਮਾਉਣ ਦਾ ਜਿਹੜਾ ਸਮਾਂ ਹੈ, ਸਮਾਉਣ ਬਾਰੇ ਜਿਹੜੀ ਸੋਝੀ ਆ ਜਾਣੀ, ਉਹ ਸਾਰੀ ਬੁਝਾਰਤ ਹੀ ਹੈ। ਜਿਵੇਂ ਪਾਤਸ਼ਾਹ ਨੇ ਕਿ ਇਨ ਅੱਖਰਾਂ ਮੈਂ ਕੋਈ ਗੁਰਮੁਖ ਖੋਜੈ, ਖੋਜ ਹੈ ਤੇ ਵਿੱਚੋਂ ਕੁਛ ਕਰਨੀ, ਪੜਿਆ ਨਾਹੀਂ ਭੇਦ ਬੁੱਝਿਆ ਪਾਵਣਾ, ਉਹ ਬੁੱਝਣਾ ਪੈਂਦਾ ਹੈ। ਸੋ ਗੁਰਬਾਣੀ ਵਿਚਾਰ ਕੇ, ਮੰਨ ਕੇ ਬਾਣੀ ਗੁਰੂ ਨੂੰ ਬੁੱਝਿਆ ਜਾ ਸਕਦਾ ਹੈ, ਉਹ ਬੁਝਾਰਤ ਹੀ ਹੈ। ਪਰ ਇੱਕ ਗੱਲ ਜ਼ਰੂਰ ਹੈ, ਪਾਤਸ਼ਾਹ ਕਹਿੰਦੇ ਵੀ ਉਹਨੂੰ ਜਿਹੜਾ ਬੁੱਝ ਲੈਂਦਾ ਹੈ, ਉਹ ਬੁੱਝ ਕੇ ਵੀ ਨਹੀਂ ਦੱਸ ਸਕਦਾ। ਜੋ ਕੁਛ ਉਹ ਦੱਸਦਾ ਬੁੱਝ ਕੇ, ਉਹਦੇ ਦੱਸੇ ਹੋਏ ਦੇ ਵਿੱਚ ਫੇਰ ਬੁਝਾਰਤ ਰਹਿ ਜਾਂਦੀ ਹੈ। ਜੋ ਕੁਛ ਗੁਰੂ ਨਾਨਕ ਸਾਹਿਬ ਦੇ ਹਿਰਦੇ 'ਚ ਬਾਣੀ ਚੱਲਦੀ ਸੀ, ਜਦੋਂ ਉਹਨਾਂ ਨੇ ਉਸੇ ਬਾਣੀ ਨੂੰ ਸਾਡੇ ਅੱਗੇ ਪੇਸ਼ ਕੀਤਾ, ਤਾਂ ਸਾਡੇ ਅੱਗੇ ਪੇਸ਼ ਕਰਨ ਦੇ ਲਈ ਸਾਡੇ ਇੱਥੇ ਦੇ ਅੱਖਰ ਚਾਹੀਦੇ ਸੀ, ਤੇ ਉਹਨਾਂ ਅੱਖਰਾਂ ਦੇ ਵਿੱਚ ਜਦੋਂ ਉਹਨਾਂ ਨੇ ਇਹਨੂੰ ਲਿਖਿਆ, ਤਾਂ ਇਹ ਲਿਖਣ ਦੇ ਵਿੱਚ ਅੱਖਰ ਨੇ, ਅੱਖਰਾਂ ਦੇ ਵਿੱਚ ਗਿਆਨ ਹੈ। ਇਹ ਹੁਣ ਸਾਡੀ ਬੁੱਧੀ ਦਾ ਵਿਸ਼ਾ ਹੈ, ਸਾਡੀ ਅਕਲ ਦਾ ਵਿਸ਼ਾ, ਇਹਨੂੰ ਸਮਝਣਾ ਪਊ, ਫਿਰ ਇਹਨੂੰ ਮੰਨਣਾ ਪਊ। ਜਿਵੇਂ ਜਿਵੇਂ ਅਸੀਂ ਇਹਨੂੰ ਮੰਨਦੇ ਚੱਲਾਂਗੇ, ਤਾਂ ਅਸੀਂ ਬਾਣੀ ਤੱਕ ਪਹੁੰਚਾਂਗੇ। ਬਾਣੀ ਸਾਡੀ ਮੰਜ਼ਿਲ ਹੈ। ਉਸੇ ਦੀ ਗੱਲ ਫਿਰ ਪਾਤਸ਼ਾਹ ਨੇ ਆਖੀ ਕਿ ਗੁਰਾ ਇੱਕ ਦੇਹ ਬੁਝਾਈ। ਆਹ ਪਾਤਸ਼ਾਹ ਕਹਿੰਦੇ ਵੀ ਜਿੰਨਿਆਂ ਨੇ ਵੀ ਸਾਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਕਹਿੰਦੇ, ਭਗਤ ਸਾਹਿਬਾਨ ਹੋਏ, ਧਰੂੰ ਜੀ ਹੋਏ, ਪ੍ਰਹਲਾਦ ਜੀ ਹੋਏ, ਜਾਂ ਇਤਿਆਦ ਹੋਰ ਵੀ ਬਹੁਤ ਗੁਰਸਿੱਖ, ਉਹਨਾਂ ਨੇ ਵੀ ਇਹੀ ਗੱਲ ਨੂੰ ਬੁੱਝਿਆ, ਇੱਕ ਦੇਹੀ ਬੁਝਾਈ। ਕਹਿੰਦੇ ਇੱਕ ਜਦੋਂ ਮੈਂ ਹੋ ਗਿਆ, ਮੈਨੂੰ ਵੀ ਪਤਾ ਲੱਗ ਗਿਆ, ਉਹ ਬੁਝਾਰਤ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਵੀ ਬੁੱਝੀ, ਕਿ ਜਿਹੜੀ ਦੇਹੀ ਦੇ ਅੰਦਰ ਨਾਮ ਹੈ, ਉਹ ਦੇਹੀ ਦਾ ਮੈਨੂੰ ਪਤਾ ਲੱਗ ਗਿਆ, ਉਸ ਸ਼ਬਦ ਦਾ ਪਤਾ ਲੱਗ ਗਿਆ, ਉਹ ਬੁਝਾਰਤ ਮੈਂ ਬੁੱਝ ਲਈ। ਸਭਨਾ ਜੀਆਂ ਕਾ ਇੱਕ ਦਾਤਾ, ਆਹ ਗੱਲ ਮੈਂ ਬੁਝਾਰਤ ਬੁੱਝੀ ਹੈ, ਕਿ ਜਿਹੜੇ ਜਿੰਨੀਆਂ ਵੀ ਜੋਤਾਂ ਨੇ ਇਸ ਭਵ ਸਾਗਰ ਦੇ ਅੰਦਰ, ਕੱਲੀ ਮਨੁੱਖ ਹੀ ਨਹੀਂ, ਜਿੰਨੀਆਂ ਵੀ ਜੋਤਾਂ ਨੇ ਸਰੀਰ ਧਾਰੇ ਹੋਏ ਨੇ, ਸਾਰਿਆਂ ਦੇ ਅੰਦਰ ਉਹ ਇੱਕ ਦਾਤਾ ਹੈ। ਉਹ ਜਿਹੜਾ ਹੁਕਮ ਹੈ, ਉਹ ਇੱਕੋ ਹੀ ਹੈ, ਉਹ ਸਾਰਿਆਂ ਦੇ ਅੰਦਰ ਹੀ ਵਰਤਦਾ ਹੈ। ਸੋ ਮੈਂ ਵਿਸਰ ਨਾ ਜਾਈ, ਹੁਣ ਨਹੀਂ ਉਹ ਮੈਨੂੰ ਵਿਸਰਦਾ, ਹੁਣ ਮੈਂ ਹੁਕਮ ਦਾ ਲੜ ਨਹੀਂ ਛੱਡਦਾ। ਉਸ ਹੁਕਮ ਦੀ ਬਦੌਲਤ ਹੀ ਮੈਂ ਤੁਹਾਡੇ ਨਾਲ ਇਹ ਵਿਚਾਰ ਕਰਦਾ। ਗੁਰੂ ਨਾਨਕ ਸਾਹਿਬ ਕਹਿੰਦੇ, ਭਗਤ ਸਾਹਿਬਾਨ ਕਹਿੰਦੇ ਵੀ ਤੁਸੀਂ ਵੀ ਉਸ ਹੁਕਮ ਨੂੰ ਬੁੱਝੋ। ਉਹ ਹੁਕਮ ਤੁਹਾਡੇ ਅੰਦਰ ਵੀ ਚੱਲਦਾ ਹੈ, ਜਿਹੜਾ ਉਹ ਦਾਤੇ ਦਾ ਹੁਕਮ ਹੈ, ਉਹ ਸਭ ਦੇ ਅੰਦਰ ਹੀ ਹੈ, ਤੁਹਾਡੇ ਅੰਦਰ ਵੀ ਹੈ। ਬਸ ਇੰਨਾ ਹੀ ਫਰਕ ਹੈ, ਤੁਸੀਂ ਉਸ ਹੁਕਮ ਨੂੰ ਬੁੱਝਿਆ ਨਹੀਂ, ਮੈਂ ਬੁੱਝ ਲਿਆ। ਜਦੋਂ ਤੁਸੀਂ ਬੁੱਝ ਲਓਗੇ ਤਾਂ ਤੁਸੀਂ ਵੀ ਭਵ ਸਾਗਰ ਤੋਂ ਪਾਰ ਹੋ ਜਾਓਗੇ, ਤੁਸੀਂ ਸੱਚਖੰਡ ਵਿੱਚ ਪ੍ਰਵੇਸ਼ ਕਰੋਗੇ। ਸੋ ਗੋਰਾ ਇੱਕ ਦੇਹੀ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਵੀ ਸਾਰਿਆਂ ਜੀਆਂ ਦਾ ਮਾਲਕ ਉਹੀ ਹੈ, ਦੂਜਾ ਕੋਈ ਨਹੀਂ ਹੈ। ਸੋ ਮੈਂ ਵਿਸਰ ਨਾ ਜਾਈ, ਕਿ ਮੈਨੂੰ ਉਹ ਵਿਸਰੇ ਨਾ। ਗੁਰੂ ਨਾਨਕ ਸਾਹਿਬ ਜੀ ਨੇ ਇਹ ਵਚਨ ਗੁਰਬਾਣੀ ਵਿੱਚ ਦਰਜ ਕੀਤੇ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।